ਸਤਿ ਸ਼੍ਰੀ ਅਕਾਲ ਬੱਚਿਓ, ਕਿਵੇਂ ਹੋ ਤੁਸੀਂ ਸਾਰੇ? ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਤੀਜੀ ਜਮਾਤ ਦੀ ਕਿਤਾਬ ਮੇਰੀ ਦੁਨੀਆ ਪੜ੍ਹ ਰਹੇ ਸੀ ਤੇ ਹੁਣ ਆਪਾਂ ਉਹਦਾ 5ਵਾਂ ਪਾਠ ਪੜ੍ਹਨ ਜਾ ਰਹੇ ਹਾਂ ਜਿਹਦਾ ਨਾਮ ਹੈ ਪੌਦੇ ਸਾਡੇ ਮਿੱਤਰ। ਗੁਰਲੀਨ ਆਪਣੇ ਪਿਤਾ ਜੀ ਨਾਲ ਸਕੂਲ ਆਈ। ਉਸਦੇ ਪਿਤਾ ਜੀ ਢੇਰ ਸਾਰੇ ਪੌਦੇ ਲੈ ਕੇ ਆਏ। ਉਹਨਾਂ ਨੇ ਦੱਸਿਆ ਕਿ ਅੱਜ ਗੁਰਲੀਨ ਦਾ ਜਨਮ ਦਿਨ ਹੈ, ਇਸ ਲਈ ਉਹ ਸਕੂਲ ਵਿੱਚ ਪੌਦੇ ਲਗਾ ਕੇ ਉਸ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਹਨ। ਸਭ ਨੇ ਸਕੂਲ ਦੇ ਗਰਾਊਂਡ ਵਿੱਚ ਉਹਨਾਂ ਨਾਲ ਖੁਸ਼ੀ-ਖੁਸ਼ੀ ਪੌਦੇ ਲਗਵਾਏ ਤੇ ਹੋਇਆ ਕਿ ਗੁਰਲੀਨ ਦਾ ਜਨਮ ਦਿਨ ਸੀ ਤੇ ਉਹਦੇ ਪਿਤਾ ਜੀ ਬਹੁਤ ਸਾਰੇ ਪੌਦੇ ਲੈ ਕੇ ਆਏ ਸੀ ਤੇ ਉਹਨਾਂ ਨੇ ਕਿਹਾ ਵੀ ਆਓ ਇਕੱਠੇ ਰਲ ਕੇ ਆਪਾਂ ਪੌਦੇ ਲਾਈਏ ਤੇ ਸਕੂਲ ਦੇ ਸਾਰੇ ਬੱਚਿਆਂ ਨੇ ਖੁਸ਼ੀ-ਖੁਸ਼ੀ ਰਲ ਕੇ ਉਹਨਾਂ ਨਾਲ ਪੌਦੇ ਲਵਾਏ। ਅੱਗੇ ਲਿਖਿਆ ਪੌਦੇ ਲਗਵਾਉਂਦੇ ਹੋਏ ਬੱਚੇ, ਇੱਥੇ ਉਹਨਾਂ ਦੀ ਤਸਵੀਰ ਹੈਗੀ ਹੈ। ਅੱਗੇ ਦੇਖਦੇ ਹਾਂ ਕੀ ਹੁੰਦਾ ਹੈ ਬੱਚਿਓ। ਤੀਜੀ ਕਲਾਸ ਦੇ ਕੁਲਵੰਤ ਨੂੰ ਗੁਰਲੀਨ ਵੱਲੋਂ ਲਾਇਆ ਪੌਦਾ ਬੜਾ ਸੋਹਣਾ ਲੱਗਿਆ। ਉਸਨੇ ਆਪਣੀ ਅਧਿਆਪਿਕਾ ਨੂੰ ਪੁੱਛ ਹੀ ਲਿਆ, ਮੈਡਮ ਜੀ ਇਹ ਕਾਹਦਾ ਪੌਦਾ ਹੈ? ਫਿਰ ਮੈਡਮ ਜੀ ਨੇ ਜਵਾਬ ਦਿੱਤਾ, ਬੇਟਾ ਇਹ ਗੁਲਾਬ ਦਾ ਪੌਦਾ ਹੈ। ਅਧਿਆਪਕ ਨੇ ਜਵਾਬ ਦਿੱਤਾ, ਮੈਡਮ ਜੀ ਇਹ ਕਿਹੜਾ ਪੌਦਾ ਹੈ? ਉਹ ਕਿਹੜਾ ਹੈ? ਕਈ ਵਿਦਿਆਰਥੀ ਇਕੱਠੇ ਹੀ ਬੋਲ ਪਏ। ਸਾਰਿਆਂ ਨੇ ਪੁੱਛਣਾ ਸ਼ੁਰੂ ਕਰਤਾ, ਆ ਕਿਹੜਾ ਪੌਦਾ ਹੈ, ਉਹ ਕਿਹੜਾ ਪੌਦਾ ਹੈ? ਫਿਰ ਅਧਿਆਪਕ ਨੇ ਹੱਸਦੇ ਹੋਏ ਕਿਹਾ, ਚਲੋ ਆਪਾਂ ਇੱਕ ਖੇਡ ਖੇਡਦੇ ਹਾਂ, ਇਸ ਨਾਲ ਤੁਸੀਂ ਪੌਦਿਆਂ ਬਾਰੇ ਬਹੁਤ ਕੁਝ ਜਾਣ ਜਾਵੋਗੇ। ਹਰ ਬੱਚੇ ਨੂੰ ਇੱਕ ਸਲੇਟ ਅਤੇ ਇੱਕ ਚਾਕ ਦਿੱਤਾ ਗਿਆ। ਹੁਣ ਅਧਿਆਪਕਾ ਦੱਸਣ ਲੱਗੀਆਂ ਬੱਚਿਆਂ ਨੂੰ ਵੀ ਕਿਹੜਾ ਪੌਦਾ ਕਿਸ ਚੀਜ਼ ਦਾ ਹੈ ਤੇ ਹਰ ਬੱਚੇ ਨੂੰ ਇੱਕ ਸਲੇਟ ਤੇ ਇੱਕ ਚਾਕ ਦੇ ਦਿੱਤਾ ਗਿਆ। ਅਧਿਆਪਕ ਨੇ ਕਿਹਾ, ਜਦੋਂ ਮੈਂ ਤਾੜੀ ਮਾਰਾਂਗੀ ਤੁਸੀਂ ਆਪਣੇ ਮਨਪਸੰਦ ਪੌਦੇ ਨੂੰ ਛੂ ਕੇ ਉਸ ਦਾ ਨਾਮ ਲਿਖੋਗੇ। ਤੇ ਬੱਚਿਆਂ ਨੇ ਕਿਹਾ ਠੀਕ ਹੈ ਟੀਚਰ ਜੀ। ਤਾਂ ਸਭ ਤੋਂ ਪਹਿਲਾ ਪੌਦਾ ਇੱਥੇ ਸੀ ਬੋਰਡ ਦਾ, ਦੂਜਾ ਸੀ ਨਿੰਮ ਦਾ, ਤੀਜਾ ਸੀ ਆ ਦੇਖੋ ਸ਼ਤੂਤ ਦਾ। ਹੁਣ ਇੱਥੇ ਦਿੱਤੀ ਹੋਈ ਹੈ ਇੱਕ ਹੋਰ ਕਿਰਿਆ। ਉੱਪਰਲੇ ਚਿੱਤਰ ਵਿੱਚ ਬੱਚਿਆਂ ਨੇ ਪੌਦਿਆਂ ਦੇ ਨਾਂ ਬੁੱਝ ਲਏ ਹਨ। ਹੇਠਾਂ ਅਮਰੂਦ, ਪੇਠੇ ਦੀ ਵੇਲ, ਖਜੂਰ ਅਤੇ ਪਾਪਲਰ ਦੇ ਚਿੱਤਰ ਦਿੱਤੇ ਗਏ ਨੇ। ਅੱਗੇ ਲਿਖਿਆ ਹੈ ਸੰਬੰਧਿਤ ਚਿੱਤਰ ਦੇ ਹੇਠਾਂ ਇਹਨਾਂ ਦੇ ਨਾਵਾਂ ਨੂੰ ਲਿਖੋ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਵਾਲਾ ਪੌਦਾ, ਇਹ ਹੈਗਾ ਏ ਖਜੂਰ ਦਾ। ਇਹ ਵਾਲਾ ਪੌਦਾ ਹੈਗਾ ਏ ਖਜੂਰ ਹੋ ਗਿਆ। ਅਮਰੂਦ ਦਾ। ਅੱਗੇ ਦਿੱਤਾ ਹੋਇਆ ਹੈ ਪੇਠੇ ਦਾ ਪੌਦਾ ਜਾਂ ਪੇਠੇ ਦੀ ਵੇਲ ਤੇ ਅਗਲਾ ਹੈਗਾ ਪਾਪਲਰ। ਅੱਗੇ ਕੀ ਗੱਲ ਹੁੰਦੀ ਹੈ ਆਓ ਪੜ੍ਹੀਏ। ਪੌਦਿਆਂ ਨੂੰ ਛੂ ਕੇ ਸਭ ਬੜੇ ਖੁਸ਼ ਹਨ। ਅਧਿਆਪਕ ਨੇ ਇੱਕ ਰੁੱਖ ਦੇ ਤਣੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਪੌਦਿਆਂ ਦੇ ਤਣਿਆਂ ਨੂੰ ਧਿਆਨ ਨਾਲ ਦੇਖੋ ਅਤੇ ਧਾਗੇ ਦੀ ਸਹਾਇਤਾ ਨਾਲ ਤਣੇ ਨਾਪੋ। ਲੱਭੋ ਕਿ ਕਿਸ ਪੌਦੇ ਦਾ ਤਣਾ ਪਤਲਾ ਹੈ ਅਤੇ ਕਿਸ ਪੌਦੇ ਦਾ ਤਣਾ ਮੋਟਾ ਹੈ। ਇਹ ਤਾਂ ਤੁਸੀਂ ਲੱਭ ਹੀ ਸਕਦੇ ਹੋ ਬੱਚਿਓ। ਤਾਂ ਦੇਖੋ ਬੱਚਿਆਂ ਨੇ ਆ ਧਾਗਾ ਲੈ ਲਿਆ, ਧਾਗੇ ਦੀ ਸਹਾਇਤਾ ਨਾਲ ਤਣਾ ਨਾਪਦੇ ਹੋਏ ਬੱਚੇ ਹੁਣ ਉਹ ਦੱਸਣਗੇ ਵੀ ਕਿਹੜਾ ਧਾਗਾ ਮੋਟੇ ਤਣੇ ਦੇ ਨਾਲ ਜੁੜਿਆ ਹੋਇਆ ਤੇ ਕਿਹੜਾ ਧਾਗਾ ਪਤਲੇ ਤਣੇ ਦੇ ਨਾਲ ਜੁੜਿਆ ਹੋਇਆ। ਆ ਜਿਹੜਾ ਹੈਗਾ ਬੱਚਿਓ ਆ ਪਤਲਾ ਹੈ, ਆ ਕੀ ਹੈ ਮੋਟਾ। ਅੱਗੇ ਵਧਦੇ ਹਾਂ। ਧਾਗੇ ਦੀ ਸਹਾਇਤਾ ਨਾਲ ਤੜਾ ਨਾਪਦੇ ਬੱਚੇ। ਆ ਦੇਖੋ ਸਾਰੇ ਪੌਦਿਆਂ ਦਾ ਰੰਗ ਅਤੇ ਸ਼ਕਲ ਇੱਕੋ ਜਿਹੀ ਨਹੀਂ ਹੁੰਦੀ। ਜਿਵੇਂ ਕਿੱਕਰ ਦਾ ਤਣਾ ਕਾਲਾ ਅਤੇ ਸਫੇਦੇ ਦਾ ਤਣਾ ਚਿੱਟਾ ਹੁੰਦਾ ਹੈ। ਬਰਮਾ ਡੇਕ ਦੇਖਣ ਨੂੰ ਖੁੱਲੀ ਛਤਰੀ ਵਾਂਗ ਲੱਗਦੀ ਹੈ। ਸਫੇਦੇ ਲੰਬੇ ਅਤੇ ਸਿੱਧੇ ਹੁੰਦੇ ਹਨ। ਕੱਦੂ ਦੀ ਵੇਲ ਧਰਤੀ ਉੱਪਰ ਫੈਲ ਜਾਂਦੀ ਹੈ। ਤੁਸੀਂ ਆਪਣੇ ਸਕੂਲ, ਘਰ, ਪਾਰਕ ਅਤੇ ਖੇਤ ਵਿੱਚ ਕਈ ਤਰ੍ਹਾਂ ਦੇ ਪੌਦੇ ਦੇਖੇ ਹੋਣਗੇ। ਉਹਨਾਂ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ।
ਹੁਣ ਇੱਥੇ ਦੱਸਿਆ ਜਾ ਰਿਹਾ ਵੀ ਸਭ ਪੌਦਿਆਂ ਦੇ ਤਣੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਲੰਬੇ ਹੁੰਦੇ ਨੇ, ਕੁਝ ਧਰਤੀ ਤੇ ਫੈਲਦੇ ਆ। ਆਓ ਆਪਾਂ ਅਗਲੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਾਂ। ਪਹਿਲਾ ਪ੍ਰਸ਼ਨ ਹੈ, ਵੱਖ-ਵੱਖ ਰੰਗ ਦੇ ਤਣਿਆਂ ਵਾਲੇ ਦੋ ਪੌਦਿਆਂ ਦੇ ਨਾਂ ਲਿਖੋ। ਇੱਕ ਹੋ ਗਿਆ ਕੱਦੂ ਤੇ ਦੂਜਾ ਹੋ ਗਿਆ ਸਫੈਦੇ। ਦੂਜਾ ਸਵਾਲ, ਦੋ ਅਜਿਹੇ ਪੌਦੇ ਲੱਭੋ ਜੋ ਛਤਰੀ ਵਾਂਗ ਦਿਖਦੇ ਹਨ। ਬੱਚਿਓ, ਇੱਕ ਤਾਂ ਹੁੰਦਾ ਹੈ ਓਕ ਦਾ ਪੇੜ ਤੇ ਇੱਕ ਹੁੰਦਾ ਹੈ ਨਾਰੀਅਲ ਦਾ। ਅਗਲਾ, ਦੋ ਅਜਿਹੇ ਪੌਦੇ ਲੱਭੋ ਜੋ ਲੰਬੇ ਅਤੇ ਸਿੱਧੇ ਹਨ। ਇੱਕ ਤੁਸੀਂ ਕਹਿ ਸਕਦੇ ਹੋ ਨਿੰਮ ਦਾ ਪੇੜ, ਪੀਪਲ, ਸਾਲ, ਟੀਕ, ਇਹ ਸਾਰੇ ਸਿੱਧੇ ਤੇ ਲੰਬੇ ਹੁੰਦੇ ਨੇ। ਦੋ ਅਜਿਹੇ ਪੌਦੇ ਲੱਭੋ ਜੋ ਧਰਤੀ ਉੱਪਰ ਫੈਲ ਜਾਂਦੇ ਹਨ। ਇੱਕ ਤਾਂ ਹੋ ਗਿਆ ਪਾਲਕ, ਖਿੜ ਜਾਂਦਾ ਹੋ, ਜਾਂ ਫਿਰ ਗੋਭੀ, ਤੇ ਇੱਕ ਕਹਿ ਸਕਦੇ ਹਾਂ ਪੇਠਾ। ਅੱਗੇ ਹੈਗਾ ਬੱਚਿਓ, ਇੱਥੇ ਇੱਕ ਫੁੱਲ ਬਣਾਇਆ ਹੋਇਆ, ਇੱਕ ਪੌਦਾ ਬਣਾਇਆ ਹੋਇਆ ਤੇ ਉਹਦੇ ਵੱਖ-ਵੱਖ ਅੰਗ ਦੱਸੇ ਹੋਏ ਆ। ਸਭ ਤੋਂ ਉੱਪਰ ਹੈਗਾ ਫੁੱਲ, ਆ ਹੈਗਾ ਉਹਦਾ ਪੱਤਾ, ਆ ਫਲ ਲੱਗੇ ਹੋਏ ਨੇ, ਇਹਨੂੰ ਕਹੀਦਾ ਤਣਾ, ਤੇ ਆ ਨੀਚੇ ਹੈਗੀ ਹੈ ਉਹਦੀ ਜੜ। ਹੁਣ ਇੱਥੇ ਪੁੱਛਿਆ ਗਿਆ ਹੈ ਕਿ ਤੁਸੀਂ ਜਾਣਦੇ ਹੋ ਪੌਦੇ ਦੇ ਮੁੰਡਲੇ ਭਾਗ ਜਿਵੇਂ ਕਿ ਜੜ, ਤਣਾ, ਪੱਤੇ, ਫੁੱਲ ਅਤੇ ਫਲ ਹੁੰਦੇ ਹਨ। ਆਪਾਂ ਹੁਣ ਇਹ ਸਾਰੇ ਦੇਖ ਲਏ। ਠੀਕ ਹੈ ਬੱਚਿਓ, ਅੱਗੇ ਵਧਦੇ ਹਾਂ। ਜਗਜੀਤ ਨੇ ਅਧਿਆਪਕ ਨੂੰ ਕਿਹਾ, ਮੈਨੂੰ ਰੁੱਖਾਂ ਬਾਰੇ ਇੱਕ ਗੀਤ ਆਉਂਦਾ ਹੈ। ਅਧਿਆਪਕ ਨੇ ਸਭ ਬੱਚੇ ਰੁੱਖਾਂ ਦੀ ਛਾਵੇਂ ਬਿਠਾ ਲਏ ਅਤੇ ਜਗਜੀਤ ਨੂੰ ਗੀਤ ਸੁਣਾਉਣ ਲਈ ਕਿਹਾ। ਆਓ ਜਗਜੀਤ ਦਾ ਗੀਤ ਸੁਣਦੇ ਹਾਂ ਹੁਣ। ਮੁਫਤ ਇਹ ਸਾਨੂੰ ਛਾਂ ਦਿੰਦੇ ਨੇ, ਠੰਡੀ ਠੰਡੀ ਹਵਾ ਦਿੰਦੇ ਨੇ, ਆਰੀ ਤੇ ਕੁਲਹਾੜੀ ਪਿੱਛੇ ਹਟਾ ਲਈਏ, ਰੁੱਖਾਂ ਦੇ ਨਾਲ ਪੱਕੀ ਆੜੀ ਪਾ ਲਈਏ। ਕਿੰਨਾ ਵਧੀਆ ਗੀਤ ਹੈ ਬੱਚਿਓ। ਆ ਦੇਖੋ, ਜਗਜੀਤ ਕਹਿੰਦਾ ਵੀ ਇਹ ਮੁਫਤੀ ਸਾਨੂੰ ਸਭ ਚੀਜ਼ ਦਿੰਦੇ ਨੇ, ਬੇਸ਼ੱਕ ਛਾਂ ਹੋਵੇ, ਬੇਸ਼ੱਕ ਠੰਡੀ ਠੰਡੀ ਹਵਾ ਹੋਵੇ, ਤਾਜ਼ੀ ਤਾਜ਼ੀ ਹਵਾ ਹੋਏ। ਤਾਂ ਹੁਣ ਆਪਾਂ ਜਿਹੜਾ ਇਹਨਾਂ ਨੂੰ ਕੱਟਦੇ ਆ ਆਰੀ ਜਾਂ ਫਿਰ ਕੁਲਹਾੜੀ ਨਾਲ, ਉਹਨੂੰ ਸਾਨੂੰ ਪਿੱਛੇ ਹਟਾ ਲੈਣਾ ਚਾਹੀਦਾ ਹੈ ਤੇ ਰੁੱਖਾਂ ਨਾਲ ਪੱਕੀ ਆੜੀ ਯਾਨੀ ਕਿ ਪੱਕੀ ਦੋਸਤੀ ਪਾ ਲੈਣੀ ਚਾਹੀਦੀ ਹੈ। ਕਿਉਂ? ਇਹ ਸਾਨੂੰ ਇੰਨਾ ਕੁਝ ਦਿੰਦੇ ਨੇ, ਹੋਰ ਕੋਈ ਤਾਂ ਦਿੰਦਾ ਨਹੀਂ। ਅੰਬ, ਸੇਬ ਤੇ ਕੇਲਾ ਮਿੱਠਾ, ਕਿੰਨੂ ਸੰਤਰਾ ਨਿੰਬੂ ਖੱਟਾ, ਰੁੱਖਾਂ ਤੋਂ ਫਲ ਮਿਲਦੇ, ਰੁੱਖ ਲਗਾ ਲਈਏ, ਰੁੱਖਾਂ ਦੇ ਨਾਲ ਪੱਕੀ ਆੜੀ ਪਾ ਲਈਏ। ਫਿਰ ਉਹ ਦੱਸਦਾ ਹੈ ਵੀ ਨਾ ਕੇਵਲ ਸਾਨੂੰ ਮੁਫਤ ਹਵਾ ਜਾਂ ਠੰਡੀ ਠੰਡੀ ਹਵਾ ਮਿਲਦੀ ਹੈ ਜਾਂ ਛਾਂ ਮਿਲਦੀ ਹੈ, ਬਲਕਿ ਸਾਨੂੰ ਫਲ ਵੀ ਮਿਲਦੇ ਨੇ ਜਿਹੜੇ ਖੱਟੇ ਤੇ ਮਿੱਠੇ ਹੁੰਦੇ ਨੇ। ਤੇ ਰੁੱਖਾਂ ਦੇ ਫਲ ਜਿਹੜੇ ਹੈਗੇ ਆ ਉਹ ਸਾਡੀ, ਤੁਹਾਨੂੰ ਪਤਾ ਹੈ, ਸਿਹਤ ਦੇ ਲਈ ਵੀ ਵਧੀਆ ਹੁੰਦੇ ਨੇ, ਲਾਭਦਾਇਕ ਹੁੰਦੇ ਨੇ। ਤੇ ਹੁਣ ਕਿਹਾ ਗਿਆ ਵੀ ਆਓ ਰਲ ਕੇ ਰੁੱਖਾਂ ਦੇ ਨਾਲ ਪੱਕੀ ਆੜੀ ਪਾਈਏ ਤੇ ਇਹਨਾਂ ਨੂੰ ਆਪਣਾ ਦੋਸਤ ਸਮਝੀਏ ਤੇ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਈਏ। ਪੰਛੀਆਂ ਦਾ ਇਹ ਰਹਿਣ ਬਸੇਰਾ, ਲੱਕੜੀ ਭੋਜਨ ਦੇਣ ਬਥੇਰਾ, ਰੁੱਖਾਂ ਵਰਗੇ ਮਿੱਤਰ ਨਾ ਗੁਆ ਬਈਏ, ਪੌਦਿਆਂ ਦੇ ਨਾਲ ਪੱਕੀ ਆੜੀ ਪਾ ਲਈਏ। ਤਾਂ ਇਹ ਦੱਸਦੇ ਨੇ ਨਾ ਕੇਵਲ ਇਨਸਾਨ ਨੂੰ ਬਲਕਿ ਜਿਹੜੇ ਪੌਦੇ ਨੇ ਉਹ ਪੰਛੀਆਂ ਦਾ ਵੀ ਰਹਿਣ ਬਸੇਰਾ ਨੇ। ਉਹਨਾਂ ਦੀ ਤਾੜੀਆਂ ਤੇ ਪੰਛੀ ਆਪਣਾ ਘਰ ਵਸਾਉਂਦੇ ਨੇ, ਵੱਖ-ਵੱਖ ਤਰੀਕੇ ਦੇ ਜਾਨਵਰ ਆ ਕੇ ਰਹਿੰਦੇ ਨੇ। ਤਾਂ ਹੁਣ ਜਿਹੜੇ ਰੁੱਖ ਨੇ ਉਹ ਸਾਡੇ ਮਿੱਤਰ ਵਰਗੇ ਨੇ, ਕਿਉਂ ਜੋ ਉਹ ਸਾਡੇ ਕਿੰਨੇ ਕੰਮ ਆਉਂਦੇ ਨੇ, ਧਰਤੀ ਤੇ ਹਰ ਕਿਸੇ ਦੇ ਕੰਮ ਆਉਂਦੇ ਨੇ। ਤੇ ਪੌਦਿਆਂ ਦੇ ਨਾਲ ਸਾਨੂੰ ਪੱਕੀ ਆੜੀ ਪਾ ਲੈਣੀ ਚਾਹੀਦੀ ਹੈ। ਅੱਗੇ ਲਿਖਿਆ, ਮੀਂਹ ਪਵਾਉਣ 'ਚ ਮਦਦ ਦਿੰਦੇ, ਵਿੱਚ ਦਵਾਈਆਂ ਵੀ ਇਹ ਪੈਂਦੇ, ਗੰਦੀ ਹਵਾ ਨੂੰ ਸਾਫ਼ ਕਰਾ ਲਈਏ, ਪੌਦਿਆਂ ਦੇ ਨਾਲ ਪੱਕੀ ਆੜੀ ਪਾ ਲਈਏ। ਹੁਣੇ ਦੱਸਿਆ ਗਿਆ ਵੀ ਇਹ ਮੀਂਹ ਵੀ ਪਾਉਂਦੇ ਨੇ ਤੇ ਦਵਾਈਆਂ ਦੇ ਵਿੱਚ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਗੰਦੀ ਹਵਾ ਨੂੰ ਵੀ ਸਾਫ਼ ਕਰਦੇ ਨੇ। ਕਿੰਨੇ ਫਾਇਦੇ ਨੇ, ਕਿੰਨੀ ਸਹੂਲਤਾਂ ਦਿੰਦੇ ਨੇ ਪੌਦੇ ਸਾਨੂੰ, ਤੇ ਅਸੀਂ ਇਹਨਾਂ ਨੂੰ ਵੱਢਣ ਨੂੰ ਫਿਰਦੇ ਹਾਂ, ਕੱਟਣ ਨੂੰ ਫਿਰਦੇ ਹਾਂ।
ਤੇ ਬੱਚਿਓ ਇਹ ਕਿਹਾ ਗਿਆ ਵੀ ਆਓ ਇਹਨਾਂ ਨਾਲ ਪੱਕੀ ਆੜੀ ਪਾ ਲਈਏ। ਅੰਨੇਵਾਲ ਨਾ ਪੌਦੇ ਕਟੀਏ, ਲੋੜ ਵੇਲੇ ਜੋ ਰੁੱਖ ਨੂੰ ਪੱਟੀਏ, ਇੱਕ ਦੀ ਥਾਂ 5 ਪੌਦੇ ਲਾ ਦਈਏ, ਪੌਦਿਆਂ ਦੇ ਨਾਲ ਪੱਕੀ ਆੜੀ ਪਾ ਲਈਏ। ਤਾਂ ਹੁਣ ਦੱਸਿਆ ਗਿਆ ਵੀ ਅੰਨੇਵਾਹ ਬਿਨਾਂ ਲੋੜ ਤੋਂ ਆਪਾਂ ਜਿਹੜੇ ਪੇੜ ਕੱਟੀ ਜਾਂਦੇ ਆ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਹੈ, ਤੇ ਜਦ ਲੋੜ ਪਵੇ ਤਦੀ ਰੁੱਖ ਨੂੰ ਇੱਕ ਰੁੱਖ ਇੱਕ ਕਰਕੇ ਪੱਟਣਾ ਚਾਹੀਦਾ ਹੈ ਜਿੰਨੀ ਕੁ ਲੋੜ ਹੋਵੇ। ਤੇ ਜੇ ਆਪਾਂ ਇੱਕ ਰੁੱਖ ਪੱਟਦੇ ਆ ਜਾਂ ਖਰਾਬ ਕਰਦੇ ਆ ਉਹਦੀ ਥਾਂ ਤੇ ਸਾਨੂੰ 5 ਹੋਰ ਲਾ ਦੇਣੇ ਚਾਹੀਦੇ ਨੇ, ਕਿਉਂਕਿ ਇਹ ਇੰਨੇ ਲਾਭਦਾਇਕ ਹੈਗੇ ਆ। ਤਾਂ ਕਿਹਾ ਗਿਆ ਵੀ ਪੌਦਿਆਂ ਦੇ ਨਾਲ ਸਾਨੂੰ ਵੀ ਪੱਕੀ ਆੜੀ ਪਾ ਲੈਣੀ ਚਾਹੀਦੀ ਹੈ। ਅੱਗੇ ਹੈਗਾ ਬੱਚਿਓ, ਸਭ ਨੇ खूब ਤਾੜੀਆਂ ਮਾਰੀਆਂ। ਗੀਤ ਸੁਣ ਕੇ ਬੱਚਿਆਂ ਨੂੰ ਪਤਾ ਲੱਗਾ ਕਿ ਪੌਦੇ ਸਾਨੂੰ ਕਿੰਨਾ ਕੁਝ ਦਿੰਦੇ ਹਨ। ਹੁਣ ਦੱਸੀ ਗਈ ਹੈ ਕਿਰਿਆ। ਹੇਠਾਂ ਕੁਝ ਵਸਤੂਆਂ ਦੀ ਸੂਚੀ ਦਿੱਤੀ ਗਈ ਹੈ, ਉਹਨਾਂ ਵਿੱਚੋਂ ਜੋ ਵਸਤੂਆਂ ਸਾਨੂੰ ਰੁੱਖਾਂ ਜਾਂ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਤੇ ਚੱਕਰ ਲਾਓ। ਆਓ ਦੇਖੀਏ। ਛਾਂ, ਹਾਂਜੀ, ਸਾਨੂੰ ਪੌਦਿਆਂ ਤੋਂ ਮਿਲਦੀ ਹੈ। ਦਵਾਈਆਂ ਵੀ ਪੌਦਿਆਂ ਤੋਂ ਮਿਲਦੀ ਹੈ, ਫਲ ਵੀ ਮਿਲਦੇ ਨੇ। ਕੁਲਫੀ ਨਹੀਂ, ਲੱਕੜੀ ਮਿਲਦੀ ਹੈ। ਪੈਨ ਨਹੀਂ, ਠੰਡੀ ਠੰਡੀ ਹਵਾ ਮਿਲਦੀ ਹੈ। रूह पौधों तो नहीं मिलती, साइकिल नहीं मिलता। पंछियां दा रहन स्थान, हांजी, वो भी पौधे ने। कच्चा भोजन, हांजी, सब्जियां मिलदियां ने, उन्हें पका के आपां खाई दियां ने। ते हल्दी, ये भी सानू पौधों तो ही मिलती है। अगे गल करते हैं। मैडम जी, पौधे मीह भी पवाउंदे हन? राजू ने पूछया। हाँ बेटा, पौधे मीह पवाउंदे हन, हवा नू साफ करते हन अते पोखोर यानी कि जद जमीन खिसकदी है ना पहाड़ां तो ओनू पोखोर कहंदे आ, उस तो भी बचाव करते हन। अध्यापक ने समझाउणा शुरू किया। जद बच्चे ने पूछा भी अध्यापक जी ये मीह भी पाउंदे ने, तां अध्यापक ने दस्सिया बच्चों ना केवल मीह बल्कि हवा भी साफ करते ने ते सानू पोखोर तो भी बचाउंदे ने। ਇੱਥੇ ਲਿਖਿਆ ਹੋਇਆ ਬੱਚਿਓ ਕੀ ਹੁੰਦਾ ਹੈ ਪੋਖੋਰ। ਪੋਖੋਰ ਤੋਂ ਭਾਵ ਹਵਾ ਤੇ ਪਾਣੀ ਨਾਲ ਧਰਤੀ ਦੀ ਉੱਪਰਲੀ ਪਰਤ ਦਾ ਖੁਰ ਜਾਣਾ। ਪਰ ਪੌਦਿਆਂ ਦੀਆਂ ਜੜ੍ਹਾਂ ਮਿੱਟੀ ਨੂੰ ਜਕੜ ਕੇ ਰੱਖਦੀਆਂ ਹਨ ਅਤੇ ਪੋਖੋਰ ਤੋਂ ਬਚਾਉਂਦੀਆਂ ਹਨ ਤਾਂ ਕਿ ਉੱਪਰਲੀ ਪਰਤ ਨਾ ਨਿਕਲੇ। ਜਿਵੇਂ ਪਹਾੜਾਂ 'ਚ ਤੁਸੀਂ ਪੜ੍ਹਦੇ ਹੋਵੋਗੇ ਵੀ ਉੱਤਰਲੀ ਪਰਤ नीचे नू डिगदी पई है, ये जे आपां पौधे लावांगे तां ये उपरली परत नहीं डिगेगी। अगे राहुल खुशी खुशी बोलिया, फिर तां पौधे साडे सब तो वधिया दोस्त हन, की तुसी पौधियां नाल दोस्ती करोगे? अध्यापक ने पूछया। हाँ जी, सारे विद्यार्थियों ने हाथ खड़े करके कहा। अध्यापक ने हर बच्चे नू मनपसंद पौधा नवे दोस्त वजों साम संभाल करन लई दे दिता। रणदीप ने अचानक पूछया, मैडम जी की अपने स्कूल विच सेब दा पौधा है? नहीं बेटा, सेब दे पौधे बहुत ठंडे इलाके विच हुंदे हन, जिवें कश्मीर अते शिमला। फिर एक बच्चे ने पूछया भी मैडम जी अपने स्कूल सेब दा पौधा हैगा? ਤਾਂ ਮੈਡਮ ਜੀ ਨੇ ਦੱਸਿਆ ਕਿ ਨਹੀਂ ਪੁੱਤ, ਆ ਜਿਹੜਾ ਸੇਬ ਦਾ ਪੌਦਾ ਹੁੰਦਾ ਹੈ ਨਾ ਇਹ ਗਰਮੀ 'ਚ ਨਹੀਂ ਉਗਦਾ, ਇਹਨੂੰ ਠੰਡ ਚਾਹੀਦੀ ਹੁੰਦੀ ਹੈ ਤਾਂ ਇਹ ਠੰਡੇ ਇਲਾਕੇ ਵਿੱਚ ਪਾਇਆ ਜਾਂਦਾ ਜਿਵੇਂ ਕਿ ਕਸ਼ਮੀਰ ਹੋ ਗਿਆ ਜਾਂ ਪਹਾੜ ਵਰਗੀ ਥਾਂ ਜਿਵੇਂ ਸ਼ਿਮਲਾ। ਹੁਣ ਬੱਚਿਓ ਆ ਦੇਖੋ ਇੱਥੇ ਲਿਖੇ ਹੋਏ ਨੇ ਪੌਦੇ ਜਾਂ ਫਿਰ ਪੇੜਾਂ ਦੇ ਨਾਂ ਤੇ ਜਿਸ ਖੇਤਰ ਵਿੱਚ ਵੱਧ ਮਿਲਦਾ ਹੈ ਉਹ ਇੱਥੇ ਲਿਖਿਆ ਹੋਇਆ। ਜਿਵੇਂ ਮੈਂ ਗੱਲ ਕਰਾਂ ਬਦਾਮ ਦੀ, ਉਹ ਮਿਲਦੇ ਨੇ ਕਸ਼ਮੀਰ ਅਤੇ ਹਿਮਾਚਲ ਵਿੱਚ। ਨਾਰੀਅਲ ਤੁਹਾਨੂੰ ਕੇਰਲਾ ਅਤੇ ਗੋਆ ਵਿੱਚ ਮਿਲਣਗੇ। ਹੁਣ ਜੇ ਮੈਂ ਆ ਇੰਡੀਆ ਬਣਾਦਾ ਭਾਰਤ ਦਾ ਨਕਸ਼ਾ, ਠੀਕ ਹੈ, ਬਦਾਮ ਤੁਹਾਨੂੰ ਜ਼ਿਆਦਾਤਰ ਇੱਥੇ ਮਿਲਣਗੇ 1 ਨੰਬਰ। ਨਾਰੀਅਲ ਤੁਹਾਨੂੰ ਜ਼ਿਆਦਾਤਰ ਇੱਥੇ ਮਿਲਣਗੇ 2 ਨੰਬਰ। ਕਣਕ ਤੁਹਾਨੂੰ ਜ਼ਿਆਦਾਤਰ ਇੱਥੇ ਮਿਲੇਗੀ, ਆ ਪੰਜਾਬ ਦਾ ਜਿਹੜਾ ਇਲਾਕਾ ਹੈ ਪੰਜਾਬ ਅਤੇ ਹਰਿਆਣਾ। ਠੀਕ ਹੈ ਬੱਚਿਓ, ਅੱਗੇ ਲਿਖਿਆ ਹੋਇਆ ਹੈ। ਅਗਲੇ ਦਿਨ
ਗੁਰਲੀਨ ਇੱਕ ਪੌਦੇ ਦੇ ਪੱਤੇ ਲੈ ਕੇ ਆਈ। ਇਹ ਪੱਤੇ ਗਾਜਰ ਘਾਹ ਦੇ ਸਨ। ਉਹ ਬਹੁਤ ਸਾਰੀਆਂ ਗੱਲਾਂ ਦੱਸਣ ਨੂੰ ਕਾਲੀ ਸੀ। ਅਧਿਆਪਕ ਦੇ ਜਮਾਤ ਵਿੱਚ ਆਉਂਦਿਆਂ ਹੀ ਗੁਰਲੀਨ ਛੇਤੀ ਬੋਲਣ ਲੱਗੀ ਕਿ ਕੱਲ ਉਸਨੂੰ ਉਸਦੇ ਦਾਦਾ ਜੀ ਨੇ ਬਹੁਤ ਸਾਰੇ ਪੌਦੇ ਦਿਖਾਏ। ਦਾਦਾ ਜੀ ਨੇ ਦੱਸਿਆ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਇਹ ਗਾਜਰ ਘਾਹ ਪੌਦੇ ਨਹੀਂ ਮਿਲਦੇ ਸਨ। ਤਾਂ ਗੁਰਲੀਨ ਅਗਲੇ ਦਿਨ ਬਹੁਤ ਜ਼ਿਆਦਾ ਛੇਤੀ ਜਦ ਸਕੂਲ ਆਈ ਤੇ ਉਹਨੂੰ ਬਹੁਤ ਉਤਸ਼ਾਹ ਸੀ, ਮੈਂ ਸਾਰਿਆਂ ਨੂੰ ਦੱਸਾਂਗੀ ਕਿਉਂਕਿ ਮੇਰੇ ਦਾਦਾ ਜੀ ਨੇ ਮੈਨੂੰ ਕਿਸੇ ਪੌਦੇ ਬਾਰੇ ਦੱਸਿਆ। ਜਿਹੜਾ ਗਾਜਰ ਘਾਹ ਹੈ ਉਹ ਦਾਦਾ ਜੀ ਦੱਸਦੇ ਨੇ ਵੀ ਛੋਟੇ ਹੁੰਦਿਆਂ ਇਹ ਗਾਜਰ ਘਾਹ ਪੌਦੇ ਪਹਿਲਾਂ ਨਹੀਂ ਮਿਲਦੇ ਸੀ, ਹੁਣ ਹਰ ਥਾਂ ਮਿਲਦੇ ਆ। ਅੱਗੇ ਪੜ੍ਹਦੇ ਆ ਬੱਚਿਓ। ਉਸਦੇ ਗੁਆਂਢੀ ਬਜ਼ੁਰਗ ਸੰਤਾ ਸਿੰਘ ਨੇ ਉਸਨੂੰ ਦੱਸਿਆ ਕਿ ਗਾਜਰ ਘਾਹ ਆਪਣੇ ਆਪ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਉਗ ਜਾਂਦੀ ਹੈ। ਇਹ ਸਾਡੀ ਫਸਲਾਂ ਦੀ ਖੁਰਾਕ ਖਾ ਜਾਂਦੀ ਹੈ। ਇਸ ਨੂੰ ਖਤਮ ਕਰਨ ਲਈ ਦਵਾਈਆਂ ਛਿੜਕਣੀਆਂ ਪੈਂਦੀਆਂ ਹਨ ਜੋ ਸਾਡੀ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਆ ਹੈਗਾ ਬੱਚਿਓ ਗਾਜਰ ਘਾਹ। ਤੇ ਉਸਦੇ ਗੁਆਂਢੀ ਨੇ ਦੱਸਿਆ ਵੀ ਆ ਜਿਹੜਾ ਗਾਜਰ ਘਾਹ ਹੈ ਆਪਣੇ ਆਪ ਹੀ ਉਗ ਜਾਂਦਾ ਹੈ, ਇਹਨੂੰ ਉਗਾਉਣ ਦੀ ਲੋੜ ਹੀ ਨਹੀਂ ਪੈਂਦੀ ਤੇ ਇਹ ਸਾਡੀ ਫਸਲਾਂ ਵੀ ਖਾ ਜਾਂਦਾ ਹੈ, ਜਿਹਨੂੰ ਖਤਮ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਦਵਾਈਆਂ ਛਿੜਕਣੀਆਂ ਪੈਂਦੀਆਂ ਨੇ ਕਿਉਂਕਿ ਇਹ ਫਸਲਾਂ ਦੀ ਥਾਂ ਲੈ ਲੈਂਦਾ ਹੈ। ਤੇ ਫਿਰ ਉਹਨਾਂ ਨੇ ਕਿਹਾ ਵੀ ਇੰਨੀ ਦਵਾਈਆਂ ਛਿੜਕ ਕੇ ਸਾਰਾ ਵਾਤਾਵਰਣ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ, ਉਹ ਹੋਰ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਇਹ ਗਾਜਰ ਘਾਹ ਆਪਣੇ ਆਪ ਉਗ ਜਾਂਦਾ ਹੈ, ਕੋਈ ਉਗਾਉਂਦਾ ਨਹੀਂ ਹੈ। ਠੀਕ ਹੈ ਬੱਚਿਓ, ਆ ਫੋਟੋ ਵੀ ਲੱਗੀ ਹੋਈ ਹੈ। ਯਾਦ ਰੱਖਣ ਯੋਗ ਗੱਲਾਂ। ਪੌਦੇ ਦੇ ਮੁੱਢਲੇ ਭਾਗ ਕਿਹੜੇ ਹੁੰਦੇ ਨੇ? ਜੜ, ਤਣਾ, ਪੱਤੇ, ਫੁੱਲ ਅਤੇ ਫਲ ਹੁੰਦੇ ਨੇ। ਪੌਦਿਆਂ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਪੌਦਿਆਂ ਤੋਂ ਸਾਨੂੰ ਲੱਕੜੀ, ਫਲ, ਛਾਂ ਆਦਿ ਮਿਲਦੇ ਹਨ। ਭੂਮੀ ਖੋਰ ਤੋਂ ਭਾਵ ਹੈ ਹਵਾ ਅਤੇ ਪਾਣੀ ਨਾਲ ਧਰਤੀ ਦੀ ਉੱਪਰਲੀ ਪਰਤ ਦਾ ਖੁਰਨਾ। ਸਾਨੂੰ ਰੁੱਖ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਠੀਕ ਹੈ ਬੱਚਿਓ, ਹੁਣ ਪੌਦਿਆਂ ਦੇ ਹਿੱਸੇ ਦੱਸੇ ਹੋਏ ਨੇ ਤੇ ਵੱਖ-ਵੱਖ ਭਾਗ ਦੱਸੇ ਹੋਏ ਨੇ, ਉਹ ਸਾਨੂੰ ਕੀ ਦਿੰਦੇ ਨੇ ਆ ਵੀ ਦੱਸਿਆ ਹੋਇਆ ਹੈ। ਤੇ ਭੂਮੀ ਖੋਰ ਜਾਂ ਭੌਂ ਖੋਰ ਜੇ ਆਪਾਂ ਪੜਿਆ ਸੀ, ਉਹਦਾ ਮਤਲਬ ਹੈ ਧਰਤੀ ਦਾ ਉੱਪਰਲਾ ਹਿੱਸਾ ਖੁਰ ਜਾਣਾ, ਪਰਤ ਨੀਚੇ ਆ ਜਾਣੀ ਜਾਂ ਉੜ ਜਾਣੀ। ਪੌਦੇ ਉਹਨਾਂ ਨੂੰ ਫੜ ਕੇ ਰੱਖਦੇ ਨੇ ਤੇ ਰੁੱਖ ਲਗਾਉਣੇ ਚਾਹੀਦੇ ਨੇ ਤੇ ਉਹਨਾਂ ਦੀ ਦੇਖਭਾਲ ਵੀ ਸਾਨੂੰ ਕਰਨੀ ਚਾਹੀਦੀ ਹੈ। ਇੱਥੇ ਦਿੱਤਾ ਹੋਇਆ ਸਵਾਲ, ਪੌਦੇ ਦੇ ਕੋਈ ਦੋ ਭਾਗ ਦੱਸੋ। ਬੱਚਿਓ ਮੈਂ ਇੱਥੇ ਪੌਦੇ ਦੇ ਸਾਰੇ ਭਾਗ ਲਿਖ ਰਹੀ ਹਾਂ, ਤੁਸੀਂ ਕੋਈ ਦੋ ਲਿਖ ਦਿਓ। ਪਹਿਲਾ ਹੋਏਗਾ ਫੁੱਲ, ਫਿਰ ਪੱਤਾ, ਫਲ, ਤਣਾ ਤੇ ਜੜ। ਹਾਂ ਇੱਥੇ ਪੈਰ ਹੈ। ਅਗਲਾ ਸਵਾਲ ਹੈ ਬੱਚਿਓ, ਪੌਦਿਆਂ ਤੋਂ ਮਿਲਣ ਵਾਲੀਆਂ ਦੋ ਵਸਤੂਆਂ ਦੇ ਨਾਮ ਦੱਸੋ। ਮੈਂ ਇੱਥੇ ਬਹੁਤ ਸਾਰੀ ਲਿਖ ਰਹੀ ਹਾਂ, ਤੁਸੀਂ ਕੋਈ ਦੋ ਆਪਣੀ ਮਰਜ਼ੀ ਦੀਆਂ ਲਿਖ ਲਈਓ। ਇੱਕ ਹੈਗੀ ਹੈ ਲੱਕੜ, ਫਲ, ਸਬਜ਼ੀਆਂ, ਤਾਜੀ ਹਵਾ, ਰਬੜ ਤੇ ਛਾਂ। ਠੀਕ ਹੈ ਬੱਚਿਓ, ਅੱਗੇ ਹੈ ਖਾਲੀ ਥਾਵਾਂ ਭਰੋ। ਖੱਟੇ, ਠੰਡੇ, ਛਤਰੀ, ਧਰਤੀ, ਸਾਫ਼। ਆਓ ਭਰੀਏ ਇੱਥੇ। ਪੌਦੇ ਗੰਦੀ ਹਵਾ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਕੀਨੂ, ਸੰਤਰਾ ਅਤੇ ਨਿੰਬੂ ਖੱਟੇ ਫਲ ਹਨ। ਕੱਦੂ ਦੀ ਵੇਲ ਧਰਤੀ ਉੱਪਰ ਫੈਲ ਜਾਂਦੀ ਹੈ। ਬਰਮਾਡੇਕ ਦੇਖਣ ਵਿੱਚ ਛਤਰੀ ਵਰਗੀ ਹੁੰਦੀ ਹੈ। ਸੇਬ ਦੇ ਪੌਦੇ ਠੰਡੇ ਇਲਾਕੇ ਵਿੱਚ ਉਗਦੇ ਹਨ। ਅੱਗੇ ਹੈਗਾ ਮਿਲਾਨ ਕਰੋ।
केसरी लगन फुल उसनू करे बिन पत्तियां तो छां, बूझो था भला बच्चों की इस रुख दा ना। ए होएगा बच्चों करीर। अगे काठ उत्ते काठ विच बैठा जगन्नाथ, ये हो गया बदाम। एक सोटी दी कहानी विच भरिया मिठा पानी, ये हो गया गन्ना। टाणियां कौड़ियां फल मिठा, पत्ते कौड़े गुड़ मिठा, वो हो गया साडा निम। अगे वधदे सही निशान लाना है असी, जेड़ा सही जवाब होएगा ओदे अगे। पौधे दा केड़ा भाग मिट्टी नू जकड़ के रखता है, पत्ते जड़ा या फल? जड़ा। साडियां फसलां दी खुराक खा जाती है, कौन खा जाती है साडी फसलां दी खुराक? गाजर का, किक्कड़ या नीम? गाजर का। पोख होर तो भाव है कड़ आ जाना, रुखां दा सुख जाना या फिर मिट्टी दा खुर जाना। ਇਹਦਾ मतलब है मिट्टी दा खुर जाना। सही या गलत दा निशान लगाओ। सानू ਵੱਧ ਤੋਂ ਵੱਧ रुख लगाने चाहिए ਹਨ। बिल्कुल पौधਿਆਂ ਨੂੰ देखभाल ਦੀ ਲੋੜ नहीं ਹੁੰਦੀ, एक गलत है, ਉਹਨੂੰ ਲੋੜ ਹੁੰਦੀ है। ਜ਼ਹਿਰੀਲੀਆਂ ਦਵਾਈਆਂ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਇਹ बिल्कुल ठीक है बच्चों भी, ਜਿਹੜੀ ਜ਼ਹਿਰੀਲੀਆਂ ਦਵਾਈਆਂ ਨੇ ਉਹ ਸਾਰਾ ਵਾਤਾਵਰਣ ਦੂਸ਼ਿਤ ਕਰ ਰਹੀਆਂ ਨੇ, ਧਰਤੀ, ਹਵਾ ਤੇ ਪਾਣੀ ਸਭ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਤੇ ACS ਦੀ ਕਲਾਸ ਬੱਚਿਓ, ਹੁਣ ਆਪਾਂ ਅਗਲੀ ਕਲਾਸ ਚ ਮਿਲਾਂਗੇ। ਤਦ ਤੱਕ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।